Okay students, in this video we are going to start with the topic female reproductive system. Okay, female reproductive system consists of a pair of ovaries. ਹੁਣ ਅਸੀਂ start ਕਰਨ ਜਾ ਰਹੇ ਹਾਂ ਕਿ female reproductive system ਚ ਕਿਹੜੇ parts ਆਉਂਦੇ ਨੇ, right? A pair of ovaries, two ovaries, uterus, a pair of oviducts, cervix, vagina and the external genitalia. Students ਅਸੀਂ ਕੱਲਾ ਪਾਰਟ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਰਾਈਟ? ਪਰ ਇੱਕ ਵਾਰੀ ਤੁਸੀਂ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਦੇ ਵਿੱਚ ਦੇਖ ਲਓ ਕਿ ਕਿਵੇਂ different parts located ਨੇ in the female body, right? These are the two ovaries, right? In the center there is a uterus. We will discuss the different parts of uterus and different parts of oviducts in detail later on, right? These are the two ovaries, uterus, oviducts, right, which collects the egg which is produced by ovary, right? Here is cervix, vagina, right? main parts ਆਪਾਂ discuss ਕਰ ਰਹੇ, later on ਅਸੀਂ detail ਦੇ ਵਿੱਚ discuss ਕਰਾਂਗੇ, right? ਇਸ ਤੋਂ ਇਲਾਵਾ breasts or mammary glands, they are also part of female reproductive system, right? I have two diagrams of female reproductive system. This one is quite easy and it is also easy, but in this we are in this picture or in this diagram various parts of female reproductive system are more clear, right? Ovaries, oviducts, uterus, cervix, vagina, right? And the other diagram. So let us start with the different parts of female reproductive system. Number one, first thing which we are going to discuss is ovaries, right? Ovaries ਬੱਚੋ ਅਸੀਂ ਜਿਹੜੀ ਲਾਸਟ ਵੀਡੀਓ ਕੀਤੀ ਸੀ ਅਸੀਂ ਉਹਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ ਟੈਸਟੀਜ਼ ਇਨ ਮੇਲਸ ਐਂਡ ਓਵਰੀਜ਼ ਇਨ ਫੀਮੇਲਸ ਆਰ ਪ੍ਰਾਇਮਰੀ ਸੈਕਸ ਆਰਗਨਸ. ਵਾਈ? ਬਿਕੋਜ਼ ਇਹ ਗੈਮੀਟਸ ਪੈਦਾ ਕਰਦੇ ਨੇ. ovaries produces egg or ovum, female gamete. testis produces sperms, male gamete, right? So ovaries ਕੀ ਨੇ? ਪ੍ਰਾਇਮਰੀ ਸੈਕਸ ਆਰਗਨਸ ਨੇ ਜਿਹੜੀ ਫੀਮੇਲ ਦੀ ਬਾਡੀ ਦੇ ਵਿੱਚ ਓਵਮ ਔਰ ਐਗ ਪ੍ਰੋਡਿਊਸ ਕਰਦੀ ਹੈ ਐਂਡ ਹਾਰਮੋਨਸ ਪੈਦਾ ਕਰਦੀ ਹੈ. ਹੁਣ ਅਸੀਂ ਕਰਾਂਗੇ ਓਵਰੀ ਦੇ ਸ਼ੇਪ ਆਲਮੋਸਟ ਆਲਮੰਡ ਸ਼ੇਪ ਹੁੰਦੀ ਹੈ, ਬਦਾਮ ਦੀ ਸ਼ੇਪ ਦੀ ਹੁੰਦੀ ਓਵਰੀ. 2 to 4 ਸੈਂਟੀਮੀਟਰ ਉਹਦੀ ਲੈਂਥ ਹੁੰਦੀ ਹੈ ਤੇ ਇੱਕ ਸੋਲਿਡ ਆਰਗਨ ਹੈ. ਸੋਲਿਡ ਆਰਗਨ ਮੀਨਸ ਬੱਚੋ ਜਿਹੜਾ ਵਿੱਚੋਂ ਹੋਲੋ ਨਹੀਂ ਹੁੰਦਾ. ਹੋਲੋ ਮੀਨਸ ਖਾਲੀ, ਇਹ ਸੋਲਿਡ ਹੈ. ਓਵਰੀਜ਼ ਕਿੱਥੇ ਲੋਕੇਟਡ ਨੇ? ਆਰ ਲੋਕੇਟਡ ਔਨ ਈਚ ਸਾਈਡ ਆਫ ਦ ਲੋਅਰ ਐਬਡਮਨ. ਤੁਹਾਡੇ ਐਬਡਮਨ ਦੀ ਲੋਅਰ ਸਾਈਡ ਤੇ ਦੋਨਾਂ ਸਾਈਡਾਂ ਤੇ ਇੱਕ ਲੈਫਟ ਇੱਕ ਰਾਈਟ ਦੋ ਓਵਰੀਜ਼ ਸਿਟੂਏਟਡ ਨੇ. ਓਵਰੀ ਜਿਹੜੀ ਹੈ ਉਹ ਪੈਲਵਿਕ ਗਰਡਲ ਜਾਂ ਪੈਲਵਿਸ ਅਸੀਂ ਪੜ੍ਹ ਕੇ ਆਏ ਹੋਏ ਹਾਂ +1 ਚ ਸਕੈਲੇਟਨ ਸਿਸਟਮ ਦੇ ਵਿੱਚ. ਈਚ ਓਵਰੀ ਇਜ਼ ਕਨੈਕਟਡ ਟੂ ਦ ਪੈਲਵਿਕ ਵਾਲ ਐਂਡ ਯੂਟਰਸ. ਯੂਟਰਸ ਨਾਲ ਵੀ ਕਨੈਕਟਡ ਹੈ, ਪੈਲਵਿਸ ਵਾਲ ਨਾਲ ਵੀ ਕਨੈਕਟਡ ਹੈ ਬਾਏ ਲਿਗਾਮੈਂਟਸ. ਅਸੀਂ ਪੜ੍ਹੇ ਹੋਏ ਨਾ ਕਨੈਕਟਿਵ ਟਿਸ਼ੂ, ਸੋ ਲਿਗਾਮੈਂਟਸ. ਈਚ ਓਵਰੀ, ਹੁਣ ਅਸੀਂ ਕਰਾਂਗੇ ਓਵਰੀ ਦੇ ਬਾਹਰ ਇੱਕ ਕਵਰਿੰਗ ਹੈ ਐਪੀਥੀਲੀਅਮ ਤੇ ਓਵਰੀ ਦੇ ਅੰਦਰ ਕੀ ਹੈ? ਓਵੇਰੀਅਨ ਸਟ੍ਰੋਮਾ. ਸ਼ਾਰਟਲੀ ਆਈ ਵਿਲ ਸ਼ੋ ਯੂ ਦ ਡਾਇਗਰਾਮ ਆਫ ovary, sectional diagram of ovary, right? So each ovary is covered by epithelium and inside there is a ovarian stroma. Stroma ਇੱਕ ਉਹ ਰੀਜਨ ਹੈ ਜਿਹਦੇ ਵਿੱਚ ਕੁਝ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਫਾਈਬਰੋਬਲਾਸਟ ਕਹਿੰਦੇ ਹਾਂ, ਜਿਹੜੇ ਸਪਿੰਡਲ ਸ਼ੇਪ ਦੇ ਨੇ. ਸਪਿੰਡਲ ਸ਼ੇਪ ਮੀਨਸ ਦੋ ਕਿਨਾਰੇ ਉਹਦੇ ਤਿੱਖੇ ਹੈ, ਸੈਂਟਰ 'ਚ ਥੋੜ੍ਹਾ ਥਿੱਕ ਹੈ, ਫਾਈਬਰੋਬਲਾਸਟ ਸੈੱਲ ਪ੍ਰੈਜ਼ੈਂਟ ਨੇ. ਅਸੀਂ ਫਿਲਹਾਲ ਕੁਛ ਨਹੀਂ, ਬਸ ਇਹੀ ਕੀਤਾ. ਓਵਰੀ ਦੀ ਬਾਹਰਲੀ ਕਵਰਿੰਗ ਹੈ, ਉਹਦੇ ਅੰਦਰ ਸਟ੍ਰੋਮਾ ਹੈ, ਸਟ੍ਰੋਮਾ 'ਚ ਫਾਈਬਰੋਬਲਾਸਟ ਨੇ. ਹੁਣ ਆਪਾਂ ਡਿਟੇਲ 'ਚ ਕਰਦੇ ਹਾਂ ਪਾਰਟਸ, ਫਿਰ ਆਪਾਂ ਡਾਇਗਰਾਮ ਵੀ ਦੇਖਾਂਗੇ. ਓਵਰੀ ਦੇ ਬਾਹਰ ਹੁਣੇ ਮੈਂ ਕਿਹਾ ਇੱਕ ਕਵਰਿੰਗ ਹੈ ਵਿਚ ਇਜ਼ ਕਾਲਡ ਐਜ਼ ਜਰਮੀਨਲ ਐਪੀਥੀਲੀਅਮ. ਆਊਟਰ ਮੋਸਟ ਕਵਰਿੰਗ ਆਫ ਦ ਓਵਰੀ ਇਜ਼ ਜਰਮੀਨਲ ਐਪੀਥੀਲੀਅਮ, ਰਾਈਟ? ਐਪੀਥੀਲੀਅਮ ਦੇ ਨੀਚੇ ਜਿਹੜੀ ਲੇਅਰ ਹੈ, ਐਕਸਕਿਊਜ਼ ਮੀ, ਲੇਅਰ ਆਫ ਕਨੈਕਟਿਵ ਟਿਸ਼ੂ, that is tunica albuginea, ਤੇ ਉਹਦੇ ਅੰਡਰ ਕੀ ਹੈ? ਸਟ੍ਰੋਮਾ. ਸਭ ਤੋਂ ਬਾਹਰ ਜਰਮੀਨਲ ਐਪੀਥੀਲੀਅਮ, ਉਹਦੇ ਅੰਦਰ ਟਿਊਨਿਕਾ ਐਲਬੂਜੀਨੀਆ, ਉਹਦੇ ਅੰਦਰ ਸਟ੍ਰੋਮਾ. ਅਸੀਂ ਹੁਣੇ ਡਾਇਗਰਾਮ ਡਿਸਕਸ ਕਰਾਂਗੇ. ਓਵੇਰੀਅਨ ਸਟ੍ਰੋਮਾ ਕੰਸਿਸਟ, ਹੁਣ ਜਿਹੜਾ ਅੰਦਰ ਸਟ੍ਰੋਮਾ ਹੈ, ਜਿਵੇਂ ਅੰਦਰ ਅਸੀਂ ਸਟ੍ਰੋਮਾ ਮੈਟ੍ਰਿਕਸ ਬਣਾਉਂਦੇ ਹਾਂ, ਉਹਦੇ ਵੀ ਦੋ ਪਾਰਟ ਹੈ, ਇੱਕ ਆਊਟਰ ਵਾਲਾ ਅਤੇ ਇੱਕ ਇਨਰ ਵਾਲਾ. ਆਊਟਰ ਵਾਲਾ ਜਿਹੜਾ ਪਾਰਟ ਹੈ ਉਹ ਥੋੜਾ ਡੈਂਸ ਹੈ, ਸੰਘਣਾ ਹੈ, ਜਿਹਨੂੰ ਕੋਰਟੈਕਸ ਕਹਿੰਦੇ ਆ, ਤੇ ਜਿਹੜਾ ਇਨਰ ਵਾਲਾ ਪਾਰਟ ਹੈ ਉਹ ਲੈਸ ਡੈਂਸ ਹੈ, ਘੱਟ ਸੰਘਣਾ, ਨੂੰ ਮੈਡੂਲਾ ਕਹਿੰਦੇ ਨੇ, ਰਾਈਟ?
फीमेल गमीट और एग, ਜਿਹੜਾ ਫੀਮੇਲ ਦਾ ਗਮੀਟ ਹੈ, ਐਗ ਕਹਿ ਲਓ, ਓਵਾ ਕਹਿ ਲਓ, ਓਵਮ ਕਹਿ ਲਓ, ਉਹਦੀ ਜਿਹੜੀਆਂ ਮੈਚੂਰੇਸ਼ਨ ਦੀਆਂ ਵੇਰੀਅਸ ਸਟੇਜਿਸ ਨੇ, ਉਹਦੇ ਅਰਾਊਂਡ ਨਾ ਬੇਟਾ ਕੁਝ ਫੋਲੀਕਲਸ ਹੁੰਦੇ ਨੇ ਜਿਹੜੇ ਇਸ ਸਟ੍ਰੋਮਾ ਦੇ ਵਿੱਚ ਧਸੇ ਹੋਏ ਹੁੰਦੇ ਨੇ। ਕਹਿਣ ਦਾ ਮਤਲਬ ਜਦੋਂ ਅੰਦਰ ਓਵਾ ਜਾਂ ਐਗ ਪੈਦਾ ਹੁੰਦਾ ਉਹਦੇ ਅਰਾਊਂਡ ਕੁਝ ਫੋਲੀਕਲਸ ਨੇ, ਅਸੀਂ ਹੁਣੇ ਡਿਸਕਸ ਕਰਾਂਗੇ ਫੋਲੀਕਲਸ, ਉਹ ਇਸ ਸਟ੍ਰੋਮਾ ਔਰ ਮੈਟ੍ਰਿਕਸ ਦੇ ਵਿੱਚ ਧਸੇ ਹੋਏ ਨੇ। ਮਤਲਬ ਕੀ ਪਾਰਟ ਹੋ ਗਏ, ਬਾਹਰਲੀਆਂ ਦੋ ਕਵਰਿੰਗਸ ਕਰ ਲੀਆਂ, ਸਟ੍ਰੋਮਾ ਕਰ ਲਿਆ, ਸਟ੍ਰੋਮਾ ਦੇ ਦੋ ਪਾਰਟ ਕਾਰਟੈਕਸ ਤੇ ਮੈਡੂਲਾ ਕਰ ਲਿਆ, ਤੇ ਇੱਕ ਉਹਦੇ ਵਿੱਚ ਕੀ ਅਸੀਂ ਕਹਿ ਸਕਦੇ ਹਾਂ ਫੋਲੀਕਲਸ ਨੇ, ਰਾਈਟ। ਇੱਕ ਗੱਲ ਅਸੀਂ ਇੱਥੇ ਡਿਸਕਸ ਕਰਨ ਵਾਲੀ ਹੈ ਸਾਡੇ ਕੋਲ ਕਿ ਜਦੋਂ ਇੱਕ ਬੇਬੀ ਗਰਲ ਬਰਥ ਲੈ ਲੈਂਦੀ ਹੈ, ਉਹਦੀ ਬਾਡੀ 'ਚ ਬਰਥ ਲੈਣ ਤੋਂ ਬਾਅਦ ਕੋਈ ਵੀ ਨਵਾਂ ਊਗੋਨੀਆ ਬੇਟਾ ਪ੍ਰਿਮਿਟਿਵ ਸਟਰਕਚਰ ਹੁੰਦਾ ਜਿੱਤੋਂ ਅੱਗੇ ਐਗ ਹੀ ਬਣਨਾ, ਕੋਈ ਵੀ ਊਗੋਨੀਆ ਫਾਰਮ ਨਹੀਂ ਹੁੰਦਾ। ਬਹੁਤ ਸਾਰੇ ਫੋਲੀਕਲਸ ਹੁੰਦੇ ਨੇ ਫੀਮੇਲ ਜਦੋਂ ਡਿਵੈਲਪ ਕਰ ਰਹੀ ਹੁੰਦੀ ਮਦਰ ਦੀ ਵੋਮ ਦੇ ਅੰਦਰ, ਬੇਬੀ ਗਰਲ, ਤਾਂ ਉਹ ਫੋਲੀਕਲਸ ਬਰਥ ਉਹ ਜਦੋਂ ਪਹਿਲਾਂ ਤਾਂ ਬਣ ਜਾਂਦੇ ਆ, ਲੇਕਿਨ ਬੇਬੀ ਦੇ ਜਨਮ ਹੋਣ ਤੋਂ ਬਾਅਦ ਗਰਲ ਦੇ ਤੋਂ ਲੈ ਕੇ ਜਦ ਤੱਕ ਉਹ ਸੈਕਸ਼ੂਅਲੀ ਰੀਪਰੋਡਕਟਿਵਲੀ ਮੈਚਿਓਰ ਨਹੀਂ ਹੁੰਦੀ, ਬਰਥ ਤੋਂ ਲੈ ਕੇ ਪਿਊਬਰਟੀ ਤੱਕ ਬਹੁਤ ਸਾਰੇ ਫੋਲੀਕਲਸ ਟੁੱਟਦੇ ਭੱਜਦੇ ਨੇ, ਠੀਕ ਹੈ ਜੀ। ਇਸ ਡੀਜਨਰੇਟਿਵ ਪ੍ਰੋਸੈਸ ਨੂੰ ਫੋਲੀਕੂਲਰ ਐਟਰੇਸੀਆ ਕਿਹਾ ਜਾਂਦਾ ਹੈ। ਮੈਂ ਰਿਪੀਟ ਕਰਦੀ ਹਾਂ, ਫੀਮੇਲ ਦੀ ਬੇਬੀ ਗਰਲ ਜਦੋਂ ਮਦਰ ਦੀ ਵੋਂਬ ਦੇ ਅੰਦਰ, ਕੁੱਖ ਦੇ ਅੰਦਰ ਹੁੰਦੀ ਹੈ, ਤਾਂ ਉਹਦੀ ਬਾਡੀ ਦੇ ਵਿੱਚ ਬਹੁਤ ਸਾਰੇ ਫੋਲੀਕਲਸ ਬਣਦੇ ਨੇ। ਜਦੋਂ ਜਨਮ ਲੈਂਦੀ ਹੈ ਤੋਂ ਲੈ ਕੇ ਬਰਥ ਤੋਂ ਲੈ ਕੇ ਪਿਊਬਰਟੀ ਤੱਕ ਬਹੁਤ ਸਾਰੇ ਜਿਹੜੇ ਫੋਲੀਕਲ ਹੈ, ਫੋਲੀਕਲ ਦੇ ਅੰਦਰ ਐਗ ਹੋਊਗਾ, ਆਪਾਂ ਡਿਸਕਸ ਕਰਾਂਗੇ, ਬਣੇਗਾ। ਬਹੁਤ ਸਾਰੇ ਜਿਹੜੇ ਫੋਲੀਕਲਸ ਨੇ ਉਹ ਟੁੱਟਦੇ ਭੱਜਦੇ ਨੇ, ਉਹਨੂੰ ਫੋਲੀਕੂਲਰ ਐਟਰੇਸੀਆ ਕਹਿੰਦੇ ਆ। ਔਰ ਇਹੋ ਜਿਹੇ ਜਿਹੜੇ ਟੁੱਟਦੇ ਭੱਜਦੇ ਫੋਲੀਕਲਸ ਉਹਨਾਂ ਨੂੰ ਐਟਰੇਟਿਕ ਫੋਲੀਕਲਸ ਕਿਹਾ ਜਾਂਦਾ ਹੈ। ਪ੍ਰੋਸੈਸ ਇਜ਼ ਕਾਲਡ ਐਜ਼ ਫੋਲੀਕੂਲਰ ਐਟਰੇਸੀਆ, ਐਂਡ ਉਹ ਜਿਹੜੇ ਡੀਜਨਰੇਟਿਵ ਫੋਲੀਕਲਸ ਨੇ ਦੇ ਆਰ ਕਾਲਡ ਐਜ਼ ਐਟਰੇਟਿਕ ਫੋਲੀਕਲਸ, ਰਾਈਟ। ਦੇਅਰਫੋਰ ਜਦੋਂ ਪਿਊਬਰਟੀ ਆ ਜਾਂਦੀ ਹੈ, ਪਹਿਲਾਂ ਤਾਂ ਜਨਮ ਤੋਂ ਲੈ ਕੇ ਪਿਊਬਰਟੀ ਤੱਕ ਤਾਂ ਟੁੱਟੀ ਭੱਜੀ ਗਈ, ਪਰ ਜਦੋਂ ਬੇਬੀ ਗਰਲ ਦਾ ਜਨਮ ਹੋ ਗਿਆ 60,000 ਤੋਂ 80,000 ਪ੍ਰਾਇਮਰੀ ਫੋਲੀਕਲਸ ਉਹਦੀ ਹਰ ਓਵਰੀ 'ਚ ਰਹਿ ਜਾਂਦੇ ਆ। 60 to 80,000 ਪ੍ਰਾਇਮਰੀ ਫੋਲੀਕਲਸ ਆਰ ਲੈਫਟ ਇਨ ਈਚ ਓਵਰੀ। ਹੁਣ ਅੱਗੇ ਪ੍ਰਾਇਮਰੀ ਫੋਲੀਕਲਸ ਦਾ ਕੀ ਹੋਣਾ ਉਹ ਆਪਾਂ ਦੇਖ ਲੈਂਦੇ ਹਾਂ। ਪ੍ਰਾਇਮਰੀ ਫੋਲੀਕਲਸ ਜਿਹੜੇ ਨੇ ਉਹ ਆਪਾਂ ਡਿਸਕਸ ਕਰਦੇ ਹਾਂ। ਇੱਕ ਵਾਰੀ ਤੁਸੀਂ ਇਹ ਦੇਖ ਲਓ, ਜਿਹੜਾ ਆਪਾਂ ਹੁਣੇ ਸੈਕਸ਼ਨਲ ਵਿਊ ਕਰ ਰਹੇ ਹਾਂ ਆਫ ਓਵਰੀ, ਹੁਣੇ ਆਪਾਂ ਇੰਨੇ ਪਾਰਟਸ ਡਿਸਕਸ ਕਰਕੇ ਆਏ ਹਾਂ, ਠੀਕ ਹੈ ਜੀ। ਤੁਸੀਂ ਇਹ ਦੇਖ ਸਕਦੇ ਹੋ, ਇਹ ਇੱਕ ਸੈਕਸ਼ਨਲ ਵਿਊ ਹੈਗਾ ਓਵਰੀ ਦਾ, ਜਿਹਦੇ ਵਿੱਚ ਸਾਡੇ ਕੋਲ ਕੁਝ ਫੋਲੀਕਲਸ ਸ਼ੋ ਕੀਤੇ, ਪ੍ਰਾਇਮਰੀ ਫੋਲੀਕਲ, ਸੈਕੰਡਰੀ ਫੋਲੀਕਲਸ ਵੀ ਹੋਣਗੇ, ਟਰਸ਼ਰੀ ਫੋਲੀਕਲਸ ਵੀ ਹੋਣਗੇ। ਹੁਣ ਅਸੀਂ ਡਿਸਕਸ ਕਰਾਂਗੇ ਟਰਸ਼ਰੀ ਫੋਲੀਕਲ ਦੇ ਅੰਦਰ ਇੱਕ ਕੈਵਿਟੀ ਹੋਏਗੀ, ਕੈਵਿਟੀ ਦਾ ਨਾਮ ਹੋਊਗਾ ਐਂਟਰਮ। ਟਰਸ਼ਰੀ ਫੋਲੀਕਲ ਮੈਚਿਓਰ ਹੋ ਕੇ ਗ੍ਰਾਫੀਨ ਫੋਲੀਕਲਸ ਬਣਨਗੇ। ਬੱਚੋ ਗ੍ਰਾਫੀਨ ਫੋਲੀਕਲ ਜਿਹੜੇ ਨੇ ਉਹ ਸਭ ਤੋਂ ਕਹਿ ਲਓ ਮੈਚਿਓਰਡ ਫੋਲੀਕਲਸ ਨੇ, ਅਤੇ ਉਹਦੇ ਅੰਦਰ ਓਵਾ ਜਾਂ ਐਗ ਹੈ, ਠੀਕ ਹੈ ਜੀ। ਹੁਣੇ ਆਪਾਂ ਡਿਸਕਸ ਕਰਦੇ ਹਾਂ। ਸੋ ਅਸੀਂ ਇਹ ਕਰ ਰਹੇ ਹਾਂ ਕਿ ਸਾਡੇ ਕੋਲ ਅਸੀਂ ਕਰ ਰਹੇ ਹਾਂ ਕਿ ਫੀਮੇਲ ਦੀ ਜਿਹੜੀ ਓਵਰੀ ਹੈ ਉਹਦੇ ਵਿੱਚ ਜਦੋਂ ਫੀਮੇਲ ਸੈਕਸ਼ੂਅਲੀ ਮੈਚਿਓਰ ਕਰਦੀ ਹੈ ਤਦ ਤੱਕ ਕਾਫੀ ਫੋਲੀਕਲਸ ਟੁੱਟ ਚੁੱਕੇ ਹੁੰਦੇ ਨੇ, 60,000 ਤੋਂ 80,000 ਫੋਲੀਕਲ ਰਹਿ ਜਾਂਦੇ ਨੇ, ਠੀਕ ਹੈ ਜੀ, ਜਿਨ੍ਹਾਂ ਨੂੰ ਅਸੀਂ ਪ੍ਰਾਇਮਰੀ ਫੋਲੀਕਲ ਕਹਿੰਦੇ ਹਾਂ। ਹੁਣ ਅਸੀਂ ਅੱਗੇ ਦੇਖਦੇ ਹਾਂ ਉਹ ਪ੍ਰਾਇਮਰੀ ਫੋਲੀਕਲ ਜਿਹੜੇ ਆ ਉਹਨਾਂ ਦੇ ਅਰਾਊਂਡ ਦੇ ਆਰ ਸਰਾਊਂਡਡ ਬਾਈ ਸੈਕੰਡਰੀ ਫੋਲੀਕਲਸ। ਕੀ ਆ ਗਏ ਜੀ? ਸੈਕੰਡਰੀ ਫੋਲੀਕਲ। ਸੈਕੰਡਰੀ ਫੋਲੀਕਲ ਬਹੁਤ ਹੀ ਜਲਦੀ ਟਰਸ਼ਰੀ ਫੋਲੀਕਲ 'ਚ ਕਨਵਰਟ ਹੋ ਜਾਂਦੇ ਆ। ਟਰਸ਼ਰੀ ਫੋਲੀਕਲ ਦੇ ਵਿੱਚ ਇੱਕ ਕੈਵਿਟੀ ਹੁੰਦੀ ਹੈ ਜਿਹਨੂੰ ਫੋਲੀਕੂਲਰ ਐਂਟਰਮ ਕਹਿੰਦੇ, ਮੈਂ ਹੁਣੇ ਦੱਸਿਆ। ਅਤੇ ਟਰਸ਼ਰੀ ਫੋਲੀਕਲ ਬਹੁਤ ਜਲਦੀ ਮੈਚਿਓਰ ਹੋ ਕੇ ਕੀ ਬਣਾਉਂਦੇ ਨੇ? ਗ੍ਰਾਫੀਨ ਫੋਲੀਕਲ। ਅਤੇ ਗ੍ਰਾਫੀਨ ਫੋਲੀਕਲ ਦੇ ਵਿੱਚ ਜਿਹੜਾ ਲਿਕੁਇਡ ਆ ਉਹਨੂੰ ਲਿਕਰ ਫੋਲੀਕੂਲਾਏ ਕਹਿੰਦੇ ਨੇ, ਔਰ ਗ੍ਰਾਫੀਨ ਫੋਲੀਕਲ ਦੇ ਵਿੱਚ ਹੀ ਸਾਡੇ ਕੋਲ ਕੀ ਹੋਏਗਾ? ਐਗ ਜਾਂ ਓਵਮ ਕਹਿ ਲਓ, ਠੀਕ ਹੈ ਜੀ। ਫਿਰ ਅਸੀਂ ਡਾਇਗਰਾਮ ਦੇਖ ਲੈਂਦੇ ਹਾਂ ਸੈਕਸ਼ਨਲ ਵਿਊ ਆਫ ਓਵਰੀ ਦੀ। ਯੂ ਕੈਨ ਸੀ ਹੇਅਰ ਇਹ ਓਵਰੀ ਹੈ। ਕਵਰਿੰਗਸ ਇੱਥੇ ਮੈਂਸ਼ਨ ਨਹੀਂ ਤੁਸੀਂ ਕਰ ਸਕਦੇ ਹੋ। ਆਊਟਰ ਮੋਸਟ ਕਵਰਿੰਗ ਜਰਮੀਨਲ ਐਪੀਥੀਲੀਅਮ ਹੈ, ਉਹਦੇ ਅੰਦਰ ਸਾਡੇ ਕੋਲ ਇੱਕ ਹੋਰ ਕਵਰਿੰਗ ਹੈ, ਅਸੀਂ ਹੁਣੇ ਕਰਕੇ ਆਏ ਹਾਂ, ਉਹਦਾ ਨਾਮ ਹੈ ਟਿਊਨਿਕਾ ਐਲਬੂਜੀਨੀਆ। ਉਹਦੇ ਅੰਦਰ ਫਿਰ ਆਹ ਡਾਟ ਜਿਹੜਾ ਬਣਾਇਆ ਇਹ ਸਟ੍ਰੋਮਾ ਹੈ। ਆਊਟਰ ਵਾਲਾ ਕਾਰਟੈਕਸ ਹੈ, ਇਨਰ ਵਾਲਾ ਅਸੀਂ ਹੁਣੇ ਕਰਕੇ ਆਏ, ਦੋ ਹੈ। ਆਊਟਰ ਵਨ ਇਜ਼ ਕਾਰਟੈਕਸ, ਇਨਰ ਵਨ ਇਜ਼ ਮੈਡੂਲਾ, ਰਾਈਟ। ਫਿਰ ਅਸੀਂ ਕੀਤਾ ਓਵਰੀ ਦੇ ਅੰਦਰ ਬਹੁਤ ਸਾਰੇ ਫੋਲੀਕਲਸ ਹੁੰਦੇ ਨੇ ਜਿਹੜੇ ਜਦੋਂ ਬੇਬੀ ਗਰਲ ਜਨਮ ਲੈਂਦੀ ਹੈ ਉਹ ਤੋਂ ਲੈ ਕੇ ਸੈਕਸ਼ੂਅਲੀ ਮੈਚੂਰੇਸ਼ਨ ਤੱਕ ਬਹੁਤ ਸਾਰੇ ਟੁੱਟਦੇ ਭੱਜਦੇ ਨੇ। ਜਿਹੜੇ ਰਹਿ ਜਾਂਦੇ ਨੇ ਆਹ ਦੇਖੋ ਪ੍ਰਾਇਮਰੀ ਫੋਲੀਕਲਸ, ਪ੍ਰਾਇਮਰੀ ਦੇ ਅਰਾਊਂਡ ਸੈਕੰਡਰੀ ਫੋਲੀਕਲ,
ਸਕੈਂਡਰੀ ਤੋਂ ਬਣ ਗਏ ਟਰਸ਼ਰੀ ਫੋਲੀਕਲ, ਟਰਸ਼ਰੀ ਫੋਲੀਕਲ 'ਚ ਜਿਹੜੀ ਕੈਵਿਟੀ ਹੈ ਐਂਟਰਮ, ਕੈਵਿਟੀ ਮਤਲਬ ਖਾਲੀ ਜਗ੍ਹਾ, ਐਂਟਰਮ ਉਹ 'ਚ ਫਲੂਇਡ ਹੈ, ਫਿਰ ਉਹ ਮੈਚਿਓਰ ਕਰਕੇ ਬਣ ਗਏ ਗ੍ਰਾਫੀਨ ਫੋਲੀਕਲ। ਗ੍ਰਾਫੀਨ ਫੋਲੀਕਲ ਦੇ ਵਿੱਚ ਆਪਾਂ ਹੁਣੇ ਕੀਤਾ ਸੀ ਇੱਕ ਲਿਕੁਇਡ ਹੈ, ਉਹਦਾ ਨਾਮ ਹੈ ਲਿਕਰ ਫੋਲੀਕੂਲਾਏ, ਹੁਣੇ ਕੀਤਾ ਆਪਾਂ ਲਿਕਰ ਫੋਲੀਕੂਲਾਏ, ਠੀਕ ਹੈ। ਅੱਗੇ ਗ੍ਰਾਫੀਨ ਫੋਲੀਕਲ ਦੇ ਵਿੱਚ ਸਾਡੇ ਕੋਲ ਕੀ ਹੈ, ਐਗ ਹੈ, ਓਵਮ ਹੈ, ਠੀਕ ਹੈ ਜੀ, ਉਹ ਰਿਲੀਜ਼ ਹੋਊਗਾ। ਇੱਕ ਇੱਥੇ ਗੱਲ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ, ਅਸੀਂ ਹੁਣ ਡਿਸਕਸ ਵੀ ਕਰਾਂਗੇ। ਅਸੀਂ ਹੁਣ ਇਕੱਲੇ ਗ੍ਰਾਫੀਨ ਫੋਲੀਕਲ ਦਾ ਸਟਰਕਚਰ ਡਿਸਕਸ ਕਰਾਂਗੇ। ਗ੍ਰਾਫੀਨ ਫੋਲੀਕਲ ਦੇ ਅੰਦਰ ਮੈਂ ਹੁਣੇ ਤੁਹਾਨੂੰ ਕਿਹਾ ਐਗ ਜਾਂ ਓਵਾ ਹੈ, ਉਹਨੂੰ ਫਿਲਹਾਲ ਲਈ ਅਸੀਂ ਸਕੈਂਡਰੀ ਊਸਾਈਟ ਬੋਲਾਂਗੇ। ਐਗ ਜਾਂ ਓਵਮ ਹੀ ਹੈ ਉਹ, ਪਰ ਉਹ ਤੋਂ ਇੱਕ ਪਹਿਲੀ ਸਟੇਜ ਹੈ ਸਕੈਂਡਰੀ ਊਸਾਈਟ, ਠੀਕ ਹੈ, ਕਿਉਂਕਿ ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਹੀ ਸਕੈਂਡਰੀ ਊਸਾਈਟ ਤੋਂ ਐਗ ਬਣਦਾ। ਅਸੀਂ ਲੇਟਰ ਔਨ ਡਿਟੇਲ 'ਚ ਡਿਸਕਸ ਕਰਾਂਗੇ, ਠੀਕ ਹੈ ਜੀ। ਹੁਣ ਅਸੀਂ ਗ੍ਰਾਫੀਨ ਫੋਲੀਕਲ ਦਾ ਡਿਟੇਲ ਸਟਰਕਚਰ ਡਿਸਕਸ ਕਰ ਲੈਂਦੇ ਹਾਂ ਜੀ। ਗ੍ਰਾਫੀਨ ਫੋਲੀਕਲ ਦੇ ਵਿੱਚ ਮੈਂ ਹੁਣੇ ਦੱਸ ਕੇ ਆਈ ਹਾਂ ਊਸਾਈਟ ਹੈ, ਐਗ ਕਹਿ ਲਓ, ਪਰ ਐਗ ਤੋਂ ਇੱਕ ਪਹਿਲੀ ਸਟੇਜ ਹੈ, ਉਹਨੇ ਅਜੇ ਊਸਾਈਟ ਨੇ, ਸਕੈਂਡਰੀ ਊਸਾਈਟ ਨੇ ਮਚਿਓਰ ਹੋ ਕੇ ਐਗ ਬਣਨਾ, ਸੋ ਊਸਾਈਟ ਹੈ। ਗ੍ਰਾਫੀਨ ਫੋਲੀਕਲ ਦਾ ਸਟਰਕਚਰ ਕਰ ਰਹੇ, ਉਹਦੇ ਅੰਦਰ ਊਸਾਈਟ ਹੈ ਐਂਡ ਕਵਰਡ ਬਾਈ ਅ ਮੈਂਬਰੇਨ ਕਾਲਡ ਐਸ ਜ਼ੋਨਾ ਪੈਲਿਸਿਡਾ, ਤੇ ਉਹਦੇ ਬਾਹਰ ਕਿਹੜੀ ਕਵਰਿੰਗ ਹੈ, ਜ਼ੋਨਾ ਪੈਲਿਸਿਡਾ। ਜ਼ੋਨਾ ਪੈਲਿਸਿਡਾ ਦੇ ਬਾਹਰ ਫੋਲੀਕੂਲਰ ਸੈਲਸ ਨੇ ਜਿਹਨੂੰ ਮੈਂਬਰੇਨਾ ਗ੍ਰੈਨੂਲੋਸਾ ਕਹਿੰਦੇ ਨੇ, ਠੀਕ ਹੈ ਜੀ। ਜ਼ੋਨਾ ਪੈਲਿਸਿਡਾ, ਮੈਂਬਰੇਨਾ ਗ੍ਰੈਨੂਲੋਸਾ। ਉਸ ਤੋਂ ਬਾਅਦ ਫੋਲੀਕਲ ਹੈਜ਼ ਐਨ ਕੈਵਿਟੀ, ਹੁਣੇ ਕਰਕੇ ਆਏ ਹਾਂ ਕਿ ਜਿਹੜਾ ਫੋਲੀਕਲ ਹੈ ਉਹਦੇ ਅੰਦਰ ਜਿਹੜੀ ਕੈਵਿਟੀ ਹੈ ਖਾਲੀ ਜਗ੍ਹਾ, ਉਹਦਾ ਨਾਮ ਕੀ ਹੈ, ਫੋਲੀਕੂਲਰ ਐਂਟਰਮ, ਤੇ ਉਹਦੇ ਅੰਦਰ ਜਿਹੜਾ ਫਲੂਇਡ ਭਰਿਆ ਲਿਕਰ ਫੋਲੀਕੂਲਾਏ, ਕਰ ਲਿਆ ਹੁਣੇ ਅਸੀਂ। ਉਸ ਤੋਂ ਬਾਅਦ ਜਿਹੜਾ ਹੈ ਗ੍ਰੈਨੂਲੋਸਾ ਸੈੱਲ ਹੈ, ਇਹ ਬਾਹਰਲੀ ਕਵਰਿੰਗ, ਸਭ ਤੋਂ ਬਾਹਰਲੀ ਸੀ ਜ਼ੋਨੋ ਪੈਲਿਸਿਡਾ, ਅੰਦਰਲੀ ਸੀ ਜ਼ੋਨਾ ਪੈਲਿਸਿਡਾ, ਉਹਦੇ ਬਾਹਰ ਮੈਂਬਰੇਨਾ ਗ੍ਰੈਨੂਲੋਸਾ। ਮੈਂਬਰੇਨਾ ਗ੍ਰੈਨੂਲੋਸਾ ਦੇ ਸੈਲਸ ਜਿਹੜੇ ਊਸਾਈਟ ਦੇ ਨਾਲ, ਮਤਲਬ ਊਸਾਈਟ ਦੇ ਨਾਲ ਵਿਸਿਨਿਟੀ ਹੁੰਦਾ ਉਹਦੇ ਲਾਗੇ ਨੇ, ਕਲੋਜ਼ ਵਿਸਿਨਿਟੀ, ਜਿਹੜੇ ਊਸਾਈਟ ਦੇ ਲਾਗੇ ਨੇ ਤੇ ਜ਼ੋਨਾ ਪੈਲਿਸਿਡਾ ਦੇ ਲਾਗੇ ਨੇ, ਦੇ ਬਿਕਮ enlarged, elongated, ਉਹ ਲੰਬੇ ਹੁੰਦੇ ਨੇ ਤੇ ਕੀ ਬਣਾਉਂਦੇ ਨੇ, ਕਰੋਨਾ ਰੇਡੀਏਟਾ, ਕੀ ਬਣਾਉਂਦੇ ਨੇ, ਕਰੋਨਾ ਰੇਡੀਏਟਾ। ਉਸ ਤੋਂ ਬਾਅਦ ਜਿਹੜੀ ਆ ਮੈਂਬਰੇਨਾ ਗ੍ਰੈਨੂਲੋਸਾ, ਅੱਗੇ ਦੀ ਦੋ ਕਵਰਿੰਗਸ ਬਣ ਜਾਂਦੀਆਂ, ਥਿਕਾ ਇੰਟਰਨਾ ਤੇ ਥਿਕਾ ਬਣ ਜਾਂਦੀਆਂ। ਤੁਸੀਂ ਇਹ ਕਹਿ ਸਕਦੇ ਹੋ ਕਿ ਦੇ ਆਰ ਸਰਾਊਂਡਡ ਬਾਈ ਟੂ ਮੈਂਬਰੇਨਸ, ਥਿਕਾ ਇੰਟਰਨਾ ਐਂਡ ਥਿਕਾ ਐਕਸਟਰਨਾ, ਠੀਕ ਹੈ ਜੀ। ਇਹ ਸੀਗਾ ਗ੍ਰਾਫੀਨ ਫੋਲੀਕਲ ਦਾ ਸਟਰਕਚਰ ਇਨ ਸ਼ੋਰਟ। ਹੁਣ ਹੁੰਦਾ ਕੀ ਹੈ, ਆਪਾਂ ਹੁਣੇ ਡਿਸਕਸ ਕੀਤਾ ਕਿ ਗ੍ਰਾਫੀਨ ਫੋਲੀਕਲ 'ਚ ਕੀ ਹੁੰਦਾ, ਸਕੈਂਡਰੀ ਊਸਾਈਟ। ਜਦੋਂ ਗ੍ਰਾਫੀਨ ਫੋਲੀਕਲ ਬਰਸਟ ਕਰਦਾ ਉਹ 'ਚੋਂ ਸਕੈਂਡਰੀ ਊਸਾਈਟ ਬਾਹਰ ਆ ਜਾਂਦਾ, ਆ ਗਿਆ ਬਾਹਰ। ਦ ਪ੍ਰੋਸੈਸ ਆਫ ਰਿਲੀਜ਼ ਆਫ ਸਕੈਂਡਰੀ ਊਸਾਈਟ ਇਜ਼ ਕਾਲਡ ਐਜ਼ ਓਵੂਲੇਸ਼ਨ, ਇਜ਼ ਕਾਲਡ ਐਜ਼ ਓਵੂਲੇਸ਼ਨ, ਠੀਕ ਹੈ ਜੀ। ਤੇ ਸਕੈਂਡਰੀ ਊਸਾਈਟ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਬਚਿਆ ਹੋਇਆ ਫੋਲੀਕਲ ਰਹਿ ਜਾਂਦਾ, ਸਕੈਂਡਰੀ ਊਸਾਈਟ ਤਾਂ ਨਿਕਲ ਗਿਆ, ਗ੍ਰਾਫੀਨ ਫੋਲੀਕਲ ਦਾ ਜਿਹੜਾ ਬਚਿਆ ਹੋਇਆ ਪਾਰਟ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ, ਕਾਰਪਸ ਲਿਊਟੀਅਮ। ਕਈ ਵਾਰੀ ਸਾਡੇ ਕੋਲ 2 ਮਾਰਕਸ ਦਾ ਜਾਂ 3 ਮਾਰਕਸ ਦਾ ਕੁਐਸਚਨ ਆ ਜਾਂਦਾ, ਵਾਟ ਇਜ਼ ਕਾਰਪਸ ਲਿਊਟੀਅਮ ਐਂਡ ਵਾਟ ਵਿਚ ਹਾਰਮੋਨਸ ਆਰ ਪ੍ਰੋਡਿਊਸਡ ਬਾਈ ਦਿਸ ਕਾਰਪਸ ਲਿਊਟੀਅਮ, ਠੀਕ ਹੈ ਜੀ। ਸੋ ਓਵੂਲੇਸ਼ਨ ਹੋਣ ਤੋਂ ਬਾਅਦ, ਸਕੈਂਡਰੀ ਊਸਾਈਟ ਨਿਕਲਣ ਤੋਂ ਬਾਅਦ ਜਿਹੜਾ ਬਚਿਆ ਹੋਇਆ ਫੋਲੀਕਲ ਹੈ, ਉਹ ਫੋਲੀਕਲ ਨੂੰ ਅਸੀਂ ਕਾਰਪਸ ਲਿਊਟੀਅਮ ਜਾਂ ਯੈਲੋ ਬੋਡੀ ਕਹਿੰਦੇ ਹਾਂ। ਉਹਦੇ ਵਿੱਚ ਇੱਕ ਯੈਲੋ ਕਲਰ ਦੀ ਪਿਗਮੈਂਟ ਹੁੰਦੀ ਲਿਊਟੀਨ, ਜਿਹਦੇ ਕਰਕੇ ਉਹਦਾ ਰੰਗ ਯੈਲੋ ਹੈ, ਤੇ ਅਸੀਂ ਉਹਨੂੰ ਕਿਹੜਾ ਬੋਡੀ ਕਹਿੰਦੇ ਹਾਂ, ਯੈਲੋ ਬੋਡੀ, ਠੀਕ ਹੈ। ਹੁਣ ਮੈਂ ਤੁਹਾਨੂੰ ਕਿਹਾ ਸੀ ਕੁਐਸਚਨ ਦੇ ਵਿੱਚ ਕੀ ਆਉਂਦਾ, ਕਿਹੜੀਆਂ ਹਾਰਮੋਨਸ ਨੇ ਜਿਹੜੀਆਂ ਕਾਰਪਸ ਲਿਊਟੀਅਮ ਸਕਰੀਟ ਕਰਦਾ ਹੈ। ਸੋ ਹਾਰਮੋਨਸ ਆਪਾਂ ਲਿਖਤੀਆਂ ਇੱਥੇ, ਕਾਰਪਸ ਲਿਊਟੀਅਮ ਸਕਰੀਟਸ एस्ट्राडायोल या एस्ट्रियोल स्मॉल अमाउंट, प्रोजेस्ट्रॉन सिग्निफिकेंट अमाउंट, गुड अमाउंट, रिलैक्सिन हार्मोन। ਅਸੀਂ ਲੇਟਰ ਔਨ ਇਹਨਾਂ ਦੇ ਫੰਕਸ਼ਨਸ ਵੀ ਡਿਸਕਸ ਕਰ ਲਾਂਗੇ, ਠੀਕ ਹੈ ਜੀ। ਸੋ ਕਾਰਪਸ ਲਿਊਟੀਅਮ ਤੇ ਸਾਡੇ ਕੋਲ ਕੁਐਸਚਨ ਆ ਜਾਂਦਾ। ਇੱਕ ਵਾਰੀ ਤੁਸੀਂ ਫਿਰ ਤੋਂ ਡਾਇਗਰਾਮ ਦੇਖ ਸਕਦੇ ਹੋ, ਸੈਕਸ਼ਨਲ ਵਿਊ ਆਫ ਓਵਰੀ ਦੀ, ਰਾਈਟ। ਪ੍ਰਾਇਮਰੀ ਫੋਲੀਕਲ, ਸਕੈਂਡਰੀ ਫੋਲੀਕਲ, ਟਰਸ਼ਰੀ ਫੋਲੀਕਲ, ਗ੍ਰਾਫੀਨ ਫੋਲੀਕਲ, ਜਦੋਂ ਉਹ 'ਚੋਂ ਸਕੈਂਡਰੀ ਊਸਾਈਟ ਨਿਕਲ ਗਿਆ ਤਾਂ ਕਾਰਪਸ ਲਿਊਟੀਅਮ, ਰਾਈਟ। ਸੋ ਨੈਕਸਟ ਪਾਰਟ ਅਸੀਂ ਹੁਣ ਡਿਸਕਸ ਕਰ ਲਿਆ ਓਵਰੀਜ਼। ਨੈਕਸਟ ਪਾਰਟ ਆਫ ਫੀਮੇਲ ਰਿਪਰੋਡਕਟਿਵ ਸਿਸਟਮ ਇਜ਼ ਫੈਲੋਪੀਅਨ ਟਿਊਬ, ਵੈਰੀ ਇੰਪੋਰਟੈਂਟ ਪਾਰਟ। ਫੈਲੋਪੀਅਨ ਟਿਊਬ ਨੂੰ ਓਵੀਡਕਟ ਵੀ ਕਿਹਾ ਜਾਂਦਾ ਹੈ। 10 ਤੋਂ 12 ਸੈਂਟੀਮੀਟਰ ਲੌਂਗ ਹੁੰਦੀਆਂ ਨੇ ਤੇ ਉਹਦੇ ਵਿੱਚ 4 ਪਾਰਟਸ ਨੇ, ਅਸੀਂ 1 ਬਾਏ 1 ਕਰਕੇ ਡਿਸਕਸ ਕਰ ਲੈਂਦੇ ਹਾਂ। ਇਨਫੰਡੀਬੁਲਮ, ਐਂਪੂਲਾ, ਇਸਥਮਸ, ਯੂਟਰਾਈਨ ਪਾਰਟ। ਕਿਹੜਾ ਕਿਹੜਾ, ਇਨਫੰਡੀਬੁਲਮ, ਐਂਪੂਲਾ, ਇਸਥਮਸ ਤੇ ਯੂਟਰਾਈਨ ਪਾਰਟ। ਇੱਕ ਵਾਰੀ ਤੁਸੀਂ ਡਾਇਗਰਾਮ ਵਿੱਚ ਦੇਖ ਲਓ, ਆਪਾਂ ਇਹਨੂੰ ਡਿਟੇਲ ਡਿਸਕਸ ਵੀ ਕਰ ਲੈਂਦੇ ਹਾਂ। ਆ ਦੇਖੋ, ਦਿਸ ਇਜ਼ 1 ਓਵੀਡਕਟ, ਸੀ here is infundibulum, ampulla, isthmus, right? We have
infundibulum, ampulla, isthmus and uterine part. At the end there is a part called as uterine part, क्योंकि उस तो बाद uterus start हो जाना, right? सो ਆਪਾਂ डिस्कस कर ਲੈਂਦੇ ਹਾਂ जी। इनफंडीबुलम ਤੁਸੀਂ ਦੇਖੋ, इनफंडीबुलम ਜੇ ਤੁਸੀਂ ਡਾਇਗਰਾਮ 'ਚ ਦੇਖੋ ਤਾਂ इनफंडीबुलम ਦੇ ਅੱਗੇ ਫਿੰਗਰ ਲਾਈਕ ਪ੍ਰੋਜੈਕਸ਼ਨਸ ਨੇ ਦਿਖ ਰਹੀਆਂ। ਫਿੰਬਰੀ ਕਹਿੰਦੇ ਉਹਨੂੰ, ਕੀ ਬੋਲਦੇ ਆ? ਫਿੰਬਰੀ। ਜਿਹੜਾ ਓਵਰੀ 'ਚੋਂ ਜਦੋਂ ਐਗ ਨਿਕਲਦਾ ਤਾਂ ਇਹ ਫਿੰਬਰੀ ਕਲੈਕਟ ਕਰਦੇ ਨੇ। ਕੀ ਕਰਦੇ ਨੇ? ਕਲੈਕਟ ਕਰਦੇ ਨੇ। ਸੋ ਤੁਸੀਂ ਦੇਖ ਸਕਦੇ ਹੋ द इनफंडीबुलम डायलेटेड है, ब्रॉड है, फनल शेप्ड है, अगे फिंगर लाइक प्रोजैक्शनस ने जिन्हों फिंबरी कहते हैं, जिहड़ी ओवा या एग नूं कलैक्ट करती है जो ओवरी एग पैदा करती है। सैकेंड इज़ एम्पुला, सब तो चौड़ा तो लंबा पार्ट फिलोपियन ट्यूब का। इस्थमस शॉर्ट है, नैरो है, थिक वॉल्ड है, ठीक है, पार्ट ऑफ द एम्पुला। यूट्राइन पार्ट है, लास्ट पार्ट है जिहड़ा यूट्रस दे नाल कम्यूनीकेट करता। एक बार फिर तो डायग्राम च तुसीं देख सकते हो, इनफंडीबुलम अगे फिंगर लाइक प्रोजैक्शनस फिंबरी, एम्पुला, इस्थमस, लास्ट इज यूट्राइन पार्ट, राइट। सो ये सी साडे कोल फिलोपियन ट्यूब्स। नैक्सट वेरी इंपॉर्टेंट पार्ट ऑफ फीमेल रिप्रोडक्टिव सिस्टम यूट्रस, जिहदे विच बेबी 9 मंथ्स वोंब जिन्हों असीं कहने, कुख जिन्हों असीं कहने, उह च रहिंदा है। हिस्ट्रा भी कहंदे इहनूं, मैट्रा भी कहंदे, वोंब भी कहंदे, 4 नाम ने, ठीक है जी। यूट्रस एक सिंगल एक ही है, जिदा ओवरीज 2 सी, यूट्रस एक है, हॉलो है, अंदरों खोखला है, मसल्स का बनया और इनवर्टिड पीयर, उल्टा पीयर शेप्ड स्ट्रक्चर है। ये 4 पार्ट्स असी डिस्कस करांगे, फंडस, कॉर्नुआ, बॉडी ते सर्विक्स। पहला डायग्राम देख लो, हेयर इज़ फंडस, ये दिख रहा तुहानूं, ग्लोब शेप्ड पार्ट, ठीक है जी। उस तो बाद इसकी कैविटी है, आ रहा सर्विक्स, ठीक है जी। सो फंडस है, कॉर्नुआ, दिस पार्ट कॉर्नुआ, जितों हाँ ओविडक्ट एंटर कर रही है, कॉर्नुआ हो गया, ठीक है। अंदर यदि कैविटी होगी तो आ रहा जी सर्विक्स एट द एंड, ठीक है। सो फंडस अपर डोम शेप्ड पार्ट, आप देखिए ना उन्हें डोम शेप्ड पार्ट है, जेड़ा अबव द ओपनिंग्स है, जिथे यूट्राइन पार्ट्स दी ओपनिंग है, जिथे फिलोपियन ट्यूब आके यूट्रस च खुलदियां, उहदे अबव वाला पार्ट है कॉर्नुआ। एक कॉर्नर्स मैं हुणे दस के हटी, कॉर्नर्स यूट्रस के कॉर्नर्स नूं कॉर्नुआ कहंदे आ, ठीक है जी। बॉडी है आ मेन बॉडी, जिहदे विच तुसीं कह सकते हो बेबी डेवलप करता है 9 मंथ्स। सर्विक्स है, सर्विक्स वो है जिहड़ा यूट्रस नूं वेजाइना नाल कनैक्ट करता है एंड खुलदा है जाके, तुसीं कह लो वेजाइना दे विच, ते उपर सर्विक्स यूट्रस नाल कनैक्ट करता है, थल्ले वेजाइना नाल। देखो डायग्राम च सर्विक्स जिहड़ा है उपर यूट्रस नाल कनैक्ट करता है, थल्ले वेजाइना नाल कनैक्ट करता है, ठीक है। जदों सर्विक्स यूट्रस नाल जिथे कनैक्ट करता उत्थे एक अपर्चर है, अपर्चर हुंदा होल, उन्होंने इंटरनल OS कहते हैं। हेयर जिथे सर्विक्स यूट्रस नाल कम्यूनीकेट करता उत्थे एक होल है, उन्होंने इंटरनल OS कहते हैं, ते जिथे नीचे विजाइना नाल कनैक्ट करता उन्होंने एक्सटर्नल OS कहते। डायग्राम देखो, इंटरनल OS सर्विक्स यूट्रस नाल कम्यूनीकेट कर रहा है थ्रू दिस अपर्चर छेद, ते थल्ले वजाइना नाल कर रहा है, उन्होंने फिर असी की कहांगे एक्सटर्नल OS, इंटरनल OS, एक्सटर्नल OS, ठीक है जी। सो नैक्सट साडे कोल आ गया जिहड़ी साडे कोल यूट्रस है, उहदी जिहड़ी वॉल है बाहरली, उहदे 3 पार्ट्स ने, पैरीमेट्रियम, मायोमेट्रियम, एंडोमेट्रियम। असी डायग्राम च देखांगे। देयर आर 3 वॉल्स और 3 लेयर्स सराउंडिंग द यूट्रस। आ देखो जी, एंडोमेट्रियम अंदर वाला जिहड़ा थोड़ा जिहा तुहानूं हल्का जिहा कॉइल्ड लग रहा है, मायोमेट्रियम विचला, पैरीमेट्रियम बाहरला। 3 कवरिंग्स ने यूट्रस के बाहर, ठीक है जी। पैरीमेट्रियम सब तो बाहरली है, थिन है, सिंपल स्क्वैमस एपीथीलियम की बनी, असीं एपीथीलियल टिशू +1 च पढ़ लिया। मायोमेट्रियल मिडल है, थिक है, समूद मसल की बनी है, तो जो बेबी की डिलीवरी होनी होंदी है मायोमेट्रियम ही कंट्रैक्शनस करता सो दैट बेबी अगे नूं एक्सपैल हो सके। एंड्रोमेट्रियम अंदर वाली है, सब तो ग्लैंडुलर है, ग्लैंड्स की बनी है, तो जो फीमेल्स नूं हर मंथ मैंस्ट्रुअल साइकिल हुंदा है तो उदों ये चेंजिज आंदियां ने, ठीक है। और एक गल याद रखियो, जो फीमेल प्रैगनेंट हुंदी है तो उहदी जिहड़ी यूट्रस की अंदरली कैविटी हुंदी है जिथे बेबी ने डेवलप करना है, वो नॉर्मल साइज़ तो 500 टाइम्स ज़्यादा एक्सपैंड कर जाती है, बिकॉज ऑबवियसली वो अंदर एक फीटस ने डेवलप करना है। नैक्सट पार्ट वी हैव इज़ वेजाइना। सो वेजाइना एक ट्यूब लाइक स्ट्रक्चर है, यू कैन सी हेयर वेजाइना इज़ अ ट्यूब लाइक स्ट्रक्चर
सो 10 सेंटीमीटर लॉन्ग है एंड वो सर्विक्स तो एक्सटेंड करदा ਆਪਾਂ ਹੁਣੇ ਕਰਕੇ ਆਏ सर्विक्स तो बाद वेजाइना एंड उस तो बाद आउटसाइड द बॉडी खुल रहा वेजाइना ਜਿਹੜਾ ਹੋਲ ਹੈ वेजाइना ਦਾ ਉਹਨੂੰ वेजाइनल ओरिफिस ਕਹਿੰਦੇ ਆ ਵਿਚ ਓਪਨਸ ਆਊਟ ਰਾਈਟ ਸੋ ਜਿਹੜਾ वेजाइना ਦਾ ਛੇਦ ਹੈ ਜਿਹਨੂੰ ਅਸੀਂ वेजाइनल ओरिफिस ਕਹਿ ਰਹੇ ਹਾਂ ਉਹ ਪਾਰਸ਼ਲੀ ਮਤਲਬ ਪਾਰਸ਼ਲੀ ਮੀਨਸ ਨਾਟ ਕੰਪਲੀਟਲੀ ਇਟ ਇਜ਼ ਪਾਰਸ਼ਲੀ ਕਵਰਡ ਬਾਈ ਅ ਮੈਂਬਰੇਨ ਕਾਲਡ ਐਜ਼ ਹਾਈਮ ਰਾਈਟ ਉਸ ਤੋਂ ਬਾਅਦ ਲਾਸਟ ਪਾਰਟ ਐਕਸਟਰਨਲ ਜੈਨੀਟੀਲੀਆ ਔਰ ਵਲਵਾ ਤੁਸੀਂ ਇਹਦੇ ਪਾਰਟਸ ਰਿਮੈਂਬਰ ਕਰ ਲਓ ਯਾਦ ਕਰ ਲਓ ਮੌਨਸ ਪਿਊਬਿਸ हेयरी पार्ट ਹੁੰਦਾ ਹੈ आउटर वाला पार्ट है लेबिया मेजोरा फ्लैशी फोल्ड्स है टिशू दे ਜਿਹੜਾ कि नीचे वाल ਨੂੰ एक्सटेंड करता है मॉन्स प्यूबिस वाल एंड सराउंडेड द वेजाइनल ओपनिंग राइट लेबिया माइन्योरा है ये पेयर्ड फोल्ड्स ने टिशू दे ਜਿਹੜਾ लेबिया मेजोरा ਦੇ अंडर है लेबिया मेजोरा बाहर है ਉਹਦੇ अंडर की है लेबिया माइन्योरा राइट दैन हाइम है ਆਪਾਂ ਹੁਣੇ ਕੀਤਾ ਹੈ कि वेजाइना ਦੀ ਜਿਹੜੀ ओपनिंग है बच्चों ਉਹ दैट इज़ पार्शली सराउंडेड बाय हाइम राइट लास्ट इज़ ਇਹਦਾ ਹੀ पार्ट क्लाइटोरिस एक्सटर्नल जेनेटिलिया ਦਾ पार्ट है क्लाइटोरिस सो ਇਹ ਇੱਕ टाइनी फिंगर लाइक स्ट्रक्चर है ਜਿਹੜਾ कि ਜਿੱਥੇ ਲੇਬੀਆ ਮਾਈਨੋਰਾ ਦਾ ਜੰਕਸ਼ਨ ਹੈ ਜੰਕਸ਼ਨ ਹੁੰਦਾ ਜਿੱਥੇ ਉਹ ਮੀਟ ਕਰਦੇ ਨੇ ਟੂ ਲੇਬੀਆ ਮਾਈਨੋਰਾ ਅਬਵ ਯੂਰੀਥਰਲ ਓਪਨਿੰਗ ਯੂਰੀਥਰਾ ਸਾਡਾ ਜਿਹੜਾ यूरिन पास करन वाला है यूरिथरल ओपनिंग ਉਹਦੇ ਅਬਵ ਇਹ ਇੱਕ ਫਿੰਗਰ ਲਾਈਕ ਸਟਰਕਚਰ ਹੈ ਜਿਹਨੂੰ ਅਸੀਂ ਕਲਾਈਟੋਰਿਸ ਕਹਿੰਦੇ ਹਾਂ ਰਾਈਟ ਦੈਨ ਵੀ ਹੈਵ ਗਲੈਂਡਸ ਸੋ ਫੀਮੇਲ ਰੀਪਰੋਡਕਟਿਵ ਸਿਸਟਮ 'ਚ ਸਿਰਫ ਦੋ ਹੀ ਗਲੈਂਡਸ ਨੇ ਲੈਸਰ ਵੈਸਟੀਬਿਊਲਰ ਗਲੈਂਡ ਐਂਡ ਗ੍ਰੇਟਰ ਵੈਸਟੀਬਿਊਲਰ ਗਲੈਂਡ ਲੈਸਰ ਵੈਸਟੀਬਿਊਲਰ ਗਲੈਂਡ ਨੂੰ ਪੈਰਾ ਯੂਰੀਥਰਲ ਗਲੈਂਡਸ ਵੀ ਕਹਿੰਦੇ ਨੇ ਗ੍ਰੇਟਰ ਵੈਸਟੀਬਿਊਲਰ ਗਲੈਂਡ ਨੂੰ ਬਾਰਥੋਲਿਨ ਗਲੈਂਡਸ ਵੀ ਕਹਿੰਦੇ ਨੇ ਸੋ ਲੈਸਰ ਵਾਲੀਆਂ ਕਿੱਥੇ ਪ੍ਰੈਜ਼ੈਂਟ ਨੇ ਜਿਹੜਾ ਯੂਰੀਥਰਾ ਦਾ ਔਰੀਫਿਸ ਹੈ ਮੀਨਸ ਓਪਨਿੰਗ ਹੈ ਜਿੱਥੇ ਤੁਹਾਡਾ ਯੂਰਿਨ ਵਾਲਾ ਪੈਸੇਜ ਹੈ ਉੱਥੇ ਛੋਟੀਆਂ ਛੋਟੀਆਂ ਨਿਊਮਰਸ ਬਹੁਤ ਸਾਰੀਆਂ ਗਲੈਂਡਸ ਨੇ ਉਹਨੂੰ ਲੈਸਰ ਵੈਸਟੀਬੂਲਰ ਗਲੈਂਡ ਕਹਿੰਦੇ ਨੇ ਤਾਂ ਕੀ ਸਕਰੀਟ ਕਰਦੇ ਮਿਊਕਸ ਇੱਕ ਸਟਿਕੀ ਸਬਸਟੈਂਸ ਜਿਹੜੇ ਵਜਾਈਨਾ ਨੂੰ ਸਟਿਕੀ ਟੈਕਸਚਰ ਦਿੰਦੇ ਆ ਗ੍ਰੇਟਰ ਵੈਸਟੀਬੂਲਰ ਗਲੈਂਡ ਕਿੱਥੇ ਜਿੱਥੇ ਵਜਾਈਨਾ ਖੁੱਲਦਾ ਹੈ ਸਟੂਡੈਂਟਸ ਰਿਮੈਂਬਰ ਇਨ ਕੇਸ ਆਫ ਫੀਮੇਲਸ यूरिन की ओपनिंग अलग है तो मैंस्चुरल साइकिल या मैंस्चुरेशन जितों होंगी वो ओपनिंग अलग है एंड उत्थों ही फीमेल जी है वो बेबी नू डिलीवर करती है राइट सो ग्रेटर वैस्टिबुलर गलैंड जी है वो वेजाइना दे जिहड़ा ओपनिंग है वो अराउंड प्रेजेंट है ये भी एक विस्कस गाढ़ा फ्लूइड सकरीट करती है जी वेजाइना नू लुब्रिकेट करती है वेजाइनल लुब्रिकेशन करती है राइट लास्ट पार्ट ऑफ फीमेल रिप्रोडक्टिव सिस्टम इज़ ब्रेस्ट आप पहला ही डिस्कस किया कि जो मैमरी गलैंड या ब्रेस्ट ने दे आर ऑल्सो द पार्ट ऑफ फीमेल रिप्रोडक्टिव सिस्टम पेयर्ड स्ट्रक्चर है ग्लैंडुलर जिहदे विच ग्लैंडुलर टिशू है तो वेरीएबल अमाउंट ऑफ फैट्स है वेरीएबल मीनस मतलब डिफरेंट चेंज्ड अमाउंट ऑफ फैट होंगे किसी ज़्यादा किसी घट जिहड़ा ग्लैंडुलर टिशू प्रेजेंट है ईच ब्रेस्ट दे विच उहदे विच 15 to 20 मैमरी लोब्स होंदियां ने ਜਿਹੜਾ ਬ੍ਰੈਸਟ ਦੇ ਵਿੱਚ ਗ੍ਰੈਂਡੂਲਰ ਟਿਸ਼ੂ ਹੈ ਉਹਦੇ ਵਿੱਚ 15 to 20 ਮੈਮਰੀ ਲੋਬਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਗਰੁੱਪ ਆਫ ਸੈਲਸ ਹੁੰਦੇ ਨੇ ਵਿਚ ਆਰ ਕਾਲਡ ਐਜ਼ ਐਲਵਿਊਲਾਈ ਧਿਆਨ ਨਾਲ ਸੁਣੋ ਗਲੈਂਡੂਲਰ ਟਿਸ਼ੂ ਬ੍ਰੈਸਟ ਵਿੱਚ ਪ੍ਰੈਜ਼ੈਂਟ ਹੈ ਉਹਨਾਂ ਦੇ ਵਿੱਚ 15 ਤੋਂ ਵੀ ਲੋਬਸ ਨੇ ਛੋਟੀਆਂ ਛੋਟੀਆਂ ਲੋਬਸ ਉਹਨਾਂ ਦੇ ਵਿੱਚ ਐਲਵਿਊਲਾਈ ਪ੍ਰੈਜ਼ੈਂਟ ਹੈ ਠੀਕ ਹੈ ਜੀ ਐਲਵਿਊਲਾਈ ਜਿਹੜਾ ਹੈ ਉਹਦੇ ਸੈਲਸ ਮਿਲਕ ਸਕਰੀਟ ਕਰਦੇ ਆ ਠੀਕ ਹੈ ਜਿਹੜਾ ਕਿ ਐਲਵਿਊਲਾਈ ਦੇ ਅੰਦਰ ਹੀ ਕੈਵਿਟੀ 'ਚ ਸਟੋਰ ਹੋ ਜਾਂਦਾ ਹੈ ਐਲਵਿਊਲਾਈ ਜਿੱਥੇ ਖੁੱਲ੍ਹਦੀ ਹੈ ਉਹਨੂੰ ਮੈਮਰੀ ਟਿਬਿਊਲਸ ਕਹਿੰਦੇ ਨੇ ਸਾਰੀਆਂ ਟਿਬਿਊਲ ਜੁੜ ਕੇ ਮੈਮਰੀ ਡਕਟ ਬਣਾਉਂਦੀਆਂ ਨੇ ਸੈਵਰਲ ਮੈਮਰੀ ਡਕਟ ਫਾਰਮਸ ਮੈਮਰੀ ਐਂਪੂਲਾ ਜਿਹੜੀ ਲੈਕਟੀਫੈਰਸ ਡਕਟ ਨਾਲ ਕਨੈਕਟ ਹੁੰਦੀ ਹੈ ਜਿਹਦੇ ਵਿੱਚੋਂ ਮਿਲਕ ਬਾਹਰ ਨਿਕਲਦਾ ਹੈ ਜਾਂ ਬੇਬੀ ਉਹਨੂੰ ਸਕ ਕਰਦਾ ਹੈ ਇਨ ਸ਼ਾਰਟ ਆਪਾਂ ਇਹਦਾ ਇੱਕ ਫਲੋ ਚਾਰਟ ਬਣਾਤਾ ਤੁਸੀਂ ਇਹਦੇ ਤੋਂ ਵੀ ਈਜ਼ੀਲੀ ਕਰ ਸਕਦੇ ਹੋ ਫੀਮੇਲ ਦੀ ਬ੍ਰੈਸਟ ਉਹਦੇ ਵਿੱਚ ਗਲੈਂਡੂਲਰ ਟਿਸ਼ੂ ਦੇ ਵਿੱਚ 15 to 20 ਮੈਮਰੀ ਲੋਬਸ ਦੇ ਵਿੱਚ ਐਲਵਿਊਲਾਈ ਸੈਲਸ ਦੇ ਕੀ ਸਕਰੀਟ ਕਰਦੇ ਨੇ ਮਿਲਕ ਐਲਵਿਊਲਾਈ ਜਿੱਥੇ ਐਲਵਿਊਲਾਈ ਓਪਨਸ ਇਨਟੂ ਮੈਮਰੀ ਟਿਬਿਊਲਸ ਬਹੁਤ ਸਾਰੇ ਮੈਮਰੀ ਟਿਬਿਊਲਸ ਦਾ ਗਰੁੱਪ ਜਾਂ ਮਿਲ ਕੇ ਕੀ ਬਣਾਉਂਦੇ ਨੇ ਮੈਮਰੀ ਡਕਟ ਜਿਹੜੀਆਂ ਨੇ ਉਹ ਫਰਦਰ ਜਾ ਕੇ ਜਿੱਥੇ ਜੁਆਇਨ ਕਰਦੀਆਂ ਉੱਥੇ ਕੀ ਬਣਦਾ ਐਂਪੂਲਾ ਮੈਮਰੀ ਐਂਪੂਲਾ ਕਿੱਥੇ ਜੁੜਦਾ ਲੈਕਟੀਫੈਰਸ ਡਕਟ ਤੇ ਲੈਕਟੀਫੈਰਸ ਡਕਟ ਬਾਹਰ ਓਪਨਸ ਆਊਟ ਹੋ ਜਾਂਦੀਆਂ ਜਿੱਥੋਂ ਮਿਲਕ ਜਿਹੜਾ ਉਹ ਬਾਹਰ ਨਿਕਲਦਾ ਸੋ ਇਹ ਸੀ ਸਾਡੇ ਕੋਲ ਬ੍ਰੈਸਟਸ ਰਾਈਟ ਦਿਸ ਇਜ਼ ਦਾ ਡਾਇਗਰਾਮ
राइट। आ देख सकते हो तुसी, मैमरी लोब, एल्वियोलाई, डक्ट, एम्पुला, लैक्टिफेरस डक्ट ओपन्स आउट, राइट। सो ये असीं कर लिया सैक्शनल व्यू ऑफ मैमरी ग्लैंड्स। सो नैक्सट विच वी आर गोइंग टू डिस्कस इज हार्मोनल कंट्रोल ऑफ फीमेल रिप्रोडक्टिव सिस्टम। जिवें कि स्टूडेंट्स असी ऑलरेडी मेल्स विच भी किया सी कि सब तो पहला जिहड़ा हार्मोनल कंट्रोल है, जिन्ने भी फीमेल रिप्रोडक्टिव सिस्टम दे विच पार्ट दे विच जिन्ना भी फंक्शनिंग चल रही है, मेनटेनेंस चल रही है, दे आर ऑल अंडर द कंट्रोल ऑफ हार्मोन्स। सो उत्थे भी स्टार्ट इदां ही होया सी मेल रिप्रोडक्टिव सिस्टम दे विच, फीमेल च भी एवें है। सब तो पहला हाइपोथैलेमस सकरीट करदा GnRH। असी ऑलरेडी डिस्कस कर चुके GnRH की फुल फॉर्म गोनैडोट्रोपिन रिलीजिंग हार्मोन, राइट। हाइपोथैलेमस ने पैदा की GnRH, उन्हें जाके एक्टिवेट किया। प्लस का मतलब है स्टिमुलेट करना, किसी को एक्टिवेट करना। किन्नू स्टिमुलेट किया? इंटीरियर लोब ऑफ पिट्यूटरी ग्लैंड। इंटीरियर लोब ऑफ पिट्यूटरी ग्लैंड ने दो हार्मोन्स पैदा किए, LH ते FSH। आपां हुणे FSH का फंक्शन डिस्कस करांगे। इन्हां ने दीज हार्मोन्स दे एक्टिवेट्स ओवरी, स्टिमुलेट्स ओवरी। Ovary produces these two hormones, estrogen and progesterone. These are the फीमेल रिप्रोडक्टिव या फीमेल्स दिया सैक्स हार्मोन्स ने एस्ट्रोजन एंड प्रोजेस्ट्रॉन, ਜਿਹੜੀਆਂ ਅੱਗੇ यूट्रस ਨੂੰ ਜਾ ਕੇ एक्टिवेट ਕਰਦੀਆਂ। ਹੁਣ ਇਹਦਾ डिफरेंट ਕੰਮ ਹੋ ਸਕਦਾ ਹੈ। ਜੇ ਤਾਂ ਹਰ ਮੰਥ ਮੈਂਸਟਰੂਏਸ਼ਨ ਸਾਈਕਲ ਆਣਾ ਹੈ ਤਾਂ यूट्रस अलग तरीके ਨਾਲ ਕੰਮ ਕਰੇਗਾ। ਉਹਦਾ ਜਿਹੜਾ ਅੰਦਰਲੀ ਲੇਅਰ ਹੈ, ਆਪਾਂ ਹੁਣੇ ਪੜ੍ਹੀ ਐਂਡੋਮੇਟਰੀਅਮ, ਉਹ ਟੁੱਟਦੀ ਹੈ ਜੇ ਹਰ ਮੰਥ ਮੈਂਸਟਰੂਅਲ ਸਾਈਕਲ ਆਣਾ। ਤੇ ਜੇ यूट्रस ਐਜ਼ ਸੱਚ ਉਹ ਅੰਦਰ ਪ੍ਰੈਗਨੈਂਸੀ ਹੈ, ਦੈਨ ਹਾਰਮੋਨਲ ਲੈਵਲ ਅਲੱਗ ਤਰੀਕੇ ਨਾਲ ਕੰਮ ਕਰਦਾ। ठीक है जी। जे इन्हां दा हार्मोन दा जिहड़ा लैवल है वो वध जांदा है तो फिर ये नैगेटिव भी कंट्रोल करदियां, मीनस वो हाइपोथैलेमस नूं स्टॉप भी कर दिंदे कि प्रोसैस ना चले। ਇਹਦਾ मतलब ਹੁੰਦਾ है नैगेटिव फीडबैक, मीनस अगर कोई चीज़ ज़्यादा प्रोड्यूस होंदी है तो उन्होंने फरदर आही चीज़ अगे ना मेन ग्लैंड्स नूं रोकदी है, so that they cannot further secrete GnRH or these hormones, right। so ये वाली जी ग्लैंड्स ने ये नैगेटिवली भी काम कर दिया। मतलब नैगेटिव पॉजिटिव फीडबैक का इत्थे मतलब है कि जे कोई चीज़ ज़्यादा है तो उसकी रेगूलेशन होनी है, बंद करनी पैनी है। जे कोई चीज़ घट है तो पॉजिटिव है कि वो चीज़ दोबारा, जे लोड है ना हार्मोन्स की तो पॉजिटिव काम चलूगा। मीनस ये GnRH पैदा करूगी, ये पिट्यूटरी नूं एक्टिवेट करूगी, ये LH FSH पैदा करूगी, सो ऑन। ਆਪਾਂ ਹੁਣ FSH ਦਾ ਕੰਮ ਵੀ ਕਰਾਂਗੇ। ਜਦੋਂ ਫੀਮੇਲਸ ਨੂੰ ਪਿਊਬਰਟੀ ਆਉਂਦੀ ਹੈ, ਪਿਊਬਰਟੀ ਮੀਨਸ ਵੈਨ ਫੀਮੇਲਸ ਬਿਕਮ ਸੈਕਸ਼ੂਅਲੀ ਮੈਚਿਓਰ ਐਟ ਅਬਾਊਟ ਏਜ ਆਫ 13 ਈਅਰਸ, ਅਬਾਊਟ 13 ਸਾਲ ਦੀ ਏਜ ਤੱਕ ਜਿਹੜੀਆਂ ਫੀਮੇਲਸ ਨੇ ਉਹ ਸੈਕਸ਼ੂਅਲੀ ਮੈਚਿਓਰ ਕਰਦੀਆਂ ਨੇ। तो उस स्टेज ਦੇ ਵਿੱਚ स्टूडेंट ਸਾਡੇ ਕੋਲ ਕੀ ਹੁੰਦਾ ਹੈ, ਉਸ ਸਮੇਂ ਤੇ ਪਿट्यूटरी ਗਲੈਂਡ FSH ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ। ਅੱਗੇ FSH ਕੀ ਕਰਦੀ? ਓਵਰੀਜ਼ ਦੀ ਡਿਵੈਲਪਮੈਂਟ ਕਰਾਉਂਦੀ ਹੈ ਐਂਡ ਇੱਕ ਹਾਰਮੋਨ ਪੈਦਾ ਕਰਦੀਆਂ ਓਐਸਟ੍ਰੋਜਨ। ਓਐਸਟ੍ਰੋਜਨ ਫਰਦਰ ਜਿਹੜੀ ਹੈ ਉਹ ਫੀਮੇਲ ਦੀ ਬੋਡੀ 'ਚ ਸੈਕੰਡਰੀ ਸੈਕਸ ਕਰੈਕਟਰ ਲੈ ਕੇ ਆਉਂਦੀ ਹੈ। ਸੈਕੰਡਰੀ ਸੈਕਸ ਕਰੈਕਟਰ ਕਿਵੇਂ ਹੁੰਦੇ? ਜਿਹੜੇ ਫੀਮੇਲਸ ਦੀ ਬੋਡੀ 'ਚ ਬ੍ਰੈਸਟ ਡਿਵੈਲਪਮੈਂਟ ਸਟਾਰਟ ਹੋ ਜਾਂਦੀ ਹੈ, ਸੋ ਫੀਮੇਲਸ ਦੀ ਬੋਡੀ ਦੇ ਵਿੱਚ ਪਿਊਬਿਸ ਹੇਅਰਸ ਆ ਜਾਂਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਫੀਮੇਲਸ ਨੂੰ ਮੇਲਸ ਤੋਂ ਡਿਸਟਿੰਗੁਇਸ਼ ਕਰਦੀਆਂ ਨੇ, ਸੋ ਸੈਕੰਡਰੀ ਸੈਕਸ ਕਰੈਕਟਰਸ। ਸੋ ਇਹ ਸੀ ਕਿ ਕਦੋਂ ਫੀਮੇਲ ਦੀ ਬੋਡੀ 'ਚ ਪਿਊਬਰਟੀ ਮੀਨ ਵੈਨ ਦੇ ਬਿਕਮ ਸੈਕਸ਼ੂਅਲੀ ਮੈਚਿਓਰ, राइट। कदों आती है, एज है तो किहड़ी हार्मोन उस समय ते काम करती है। सो नैक्सट वी हैव डिसऑर्डर्स रिलेटेड टू फीमेल रिप्रोडक्टिव सिस्टम, राइट। फर्स्ट डिसऑर्डर इज ब्रेस्ट कैंसर। कॉमन डिसऑर्डर चल रहा अजकल ब्रेस्ट कैंसर। ब्रेस्ट कैंसर के केस दे विच तुहानूं पता ही है स्टूडेंट्स, वैसे जनरली मैं दस रही हाँ, ब्रेस्ट कैंसर 30 की एज तो पहला, 30 ईयर्स ऑफ एज तो पहला तो रेयर ही है किसी को होवे, बट लेटर ऑन ये ज़्यादा जिहड़ा है ब्रेस्ट कैंसर कॉमन हो जाता है। ਜਿਹੜਾ ਪਤਾ ਹੀ ਹੈ ਸਾਨੂੰ ਬ੍ਰੈਸਟ ਕੈਂਸਰ ਦੇ ਵਿੱਚ ਕੀ ਹੋਏਗਾ, ਅਨਵਾਂਟਿਡ ਗਰੋਥ ਆਫ ਸੈੱਲ ਜਾਂ ਬਹੁਤ ਸਾਰੇ ਸੈੱਲ ਜਿਹੜੇ ਨੇ ਉਹ ਜਿੱਦਾਂ ਨਾਰਮਲੀ ਗਰੋ ਕਰਦੇ ਹੋ ਤਾਂ ਬਹੁਤ ਜ਼ਿਆਦਾ ਨੰਬਰ 'ਚ ਗਰੋ ਕਰਦੇ ਨੇ, ਡਿਵਾਈਡ ਕਰਦੇ ਨੇ, ਡਿਫਰੈਂਸ਼ੀਏਟ ਕਰਦੇ ਨੇ। ਐਂਡ ਹੁੰਦਾ ਕੀ ਹੈ, ਜਿਹੜਾ ਬ੍ਰੈਸਟ ਕੈਂਸਰ ਹੈ ਉਹਦਾ ਟ੍ਰੀਟਮੈਂਟ ਰਿਮੂਵਲ ਆਫ ਬ੍ਰੈਸਟ ਹੈ, ਜਿਹਨੂੰ ਅਸੀਂ ਬਾਇਓਲੋਜੀਕਲੀ ਮੈਸਟੈਕਟੋਮੀ ਕਹਿੰਦੇ ਹਾਂ। ਸਟੂਡੈਂਟਸ ਦੇਖੋ
ਇਹਦਾ ਟ੍ਰੀਟਮੈਂਟ ਜਿਹੜਾ ਹੈ ਉਹ ਰੇਡੀਓਥੈਰੇਪੀ ਕੀਮੋਥੈਰੇਪੀਜ਼ ਵੀ ਨੇ, ਬਟ ਫਾਈਨਲੀ ਜਿਹੜਾ ਹੈ ਡਾਕਟਰ ਉਹ ਰਿਮੂਵਲ ਆਫ ਬ੍ਰੈਸਟ ਜਿਹੜਾ ਉਹ ਪ੍ਰੈਫਰ ਕਰਦੇ ਆ, ਸੋ ਦੈਟ ਕਿ ਉਹ ਫਿਰ ਤੋਂ ਉਹਦੀ ਅਕਰੈਂਸ ਨਾ ਹੋਵੇ, ਰੈਕਰੈਂਸ ਨਾ ਹੋਵੇ, ਰਾਈਟ। ਸੋ ਸੈਕਿੰਡ ਡਿਸਆਰਡਰ ਰਿਲੇਟਡ ਟੂ ਫੀਮੇਲ ਰੀਪਰੋਡਕਟਿਵ ਸਿਸਟਮ ਇਜ਼ ਸਰਵਾਈਕਲ ਕੈਂਸਰ, ਸਰਵਿਕਸ ਦਾ ਕੈਂਸਰ, ਰਾਈਟ। ਇਹ ਵੀ ਸਟੂਡੈਂਟਸ ਜਿਹੜਾ ਕੈਂਸਰ ਹੈ ਥੋੜ੍ਹਾ ਅੱਜ ਕੱਲ੍ਹ ਕਾਮਨ ਹੋ ਰਿਹਾ, ਇਹਨੂੰ ਵੀ ਰੇਡੀਏਸ਼ਨਸ ਅਤੇ ਸਰਜਰੀ ਦੇ ਨਾਲ ਠੀਕ ਕੀਤਾ ਜਾਂਦਾ ਹੈ, ਰਾਈਟ। ਉਸ ਤੋਂ ਬਾਅਦ ਅੱਜ ਕੱਲ੍ਹ ਤੁਸੀਂ ਇੱਕ ਹੋਰ ਬੜੀ ਕਾਮਨ ਡਿਸਆਰਡਰ ਸੁਣਿਆ ਹੋਏਗਾ, ਸਿਸਟਸ, ਓਵੇਰੀਅਨ ਸਿਸਟਸ, ਠੀਕ ਹੈ ਜੀ, ਜਿਹਨੂੰ ਤੁਸੀਂ ਰਸੌਲੀ ਕਹਿੰਦੇ ਹੋ। ਜਿਹੜੀਆਂ ਸਿਸਟ ਨੇ ਉਹ ਇੱਕ ਤਰ੍ਹਾਂ ਦੇ ਫਲੂਇਡ ਫਿਲਡ ਟਿਊਮਰਸ ਹੁੰਦੇ ਨੇ ਸਟੂਡੈਂਟਸ। ਫਲੂਇਡ ਫਿਲਡ ਟਿਊਮਰ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਕੋਈ ਨਾ ਕੋਈ ਲਿਕੁਇਡ ਭਰਿਆ ਹੋਵੇ, ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਕੀ ਹੁੰਦਾ, ਇਹ ਕਈ ਵਾਰੀ ਸਿਸਟ ਫੀਮੇਲ ਦੀ ਬਾਡੀ 'ਚ ਰਪਚਰ ਵੀ ਕਰ ਜਾਂਦੀਆਂ, ਫੱਟ ਵੀ ਜਾਂਦੀਆਂ ਨੇ, ਬਟ ਜੇ ਸਮੌਲ ਹੋਣ, ਜੇ ਇਹਨਾਂ ਦਾ ਸਾਈਜ਼ ਅਜੇ ਘੱਟ ਹੀ ਹੋਵੇ ਤਾਂ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ। ਪਰ ਬਹੁਤ ਜ਼ਿਆਦਾ ਵੱਡਾ ਹੋ ਜਾਏ ਫਿਰ ਸਰਜਰੀ ਕਰਨੀ ਪੈਂਦੀ ਇਹਨਾਂ ਨੂੰ ਰਿਮੂਵ ਕਰਨ ਦੇ ਲਈ, ਅਤੇ ਉਹ ਸਰਜਰੀ ਦੇ ਨਾਲ ਕੀ ਹੁੰਦਾ, ਉਹ ਸਿਸਟ ਰਿਮੂਵ ਕੀਤੀ ਜਾਂਦੀ ਹੈ। ਅਗਰ ਫੀਮੇਲ ਪ੍ਰੈਗਨੈਂਟ ਹੈ ਤਾਂ ਉਹ ਜਿਹੜੀ ਹੈ ਸਿਸਟ ਹੈ ਉਹ ਆਪਣੇ ਆਪ ਕਈ ਵਾਰੀ ਰਿਗਰੈਸ ਕਰ ਜਾਂਦੀ, ਉਹਦਾ ਸਾਈਜ਼ ਛੋਟਾ ਹੋ ਜਾਂਦਾ ਕਿਉਂਕਿ ਬੇਬੀ ਡਿਵੈਲਪ ਕਰਦਾ ਤਾਂ ਸਿਸਟ ਦਾ ਸਾਈਜ਼ ਕਈ ਵਾਰੀ ਆਪਣੇ ਆਪ ਹੀ ਛੋਟਾ ਹੋ ਜਾਂਦਾ ਹੈ, ਰਾਈਟ। ਸੋ ਓਲਡ ਵੈਮਨ ਜਦੋਂ ਹੋ ਜਾਂਦੀ ਹੈ ਉਹਨਾਂ ਦੇ ਕੇਸ ਦੇ ਵਿੱਚ ਫਿਰ ਸਿਸਟ ਜਨਰਲੀ ਸਰਜੀਕਲੀ ਰਿਮੂਵ ਕਰਾਉਣੀਆਂ ਪੈਂਦੀਆਂ, ਰਾਈਟ। ਸੋ ਵੀ ਹੈਵ ਨੈਕਸਟ ਡਿਸਆਰਡਰ ਐਕਟੋਪਿਕ ਪ੍ਰੈਗਨੈਂਸੀ। ਸਟੂਡੈਂਟਸ ਅਸੀਂ ਹੁਣ ਫਰਦਰ ਜਦੋਂ ਹੋਰ ਫਰਟੀਲਾਈਜੇਸ਼ਨ ਦਾ ਟੌਪਿਕ ਪੜ੍ਹਾਂਗੇ, ਤੁਸੀਂ ਪੜ੍ਹੋਗੇ ਕਿ ਓਵਰੀਜ਼ ਐਗ ਪੈਦਾ ਕਰਦੀਆਂ ਨੇ, ਐਗ ਉਸ ਤੋਂ ਬਾਅਦ ਓਵੀਡਕਟ ਵਿੱਚ ਆ ਜਾਂਦਾ ਹੈ, ਕੌਨ ਕਲੈਕਟ ਕਰਕੇ ਲੈ ਕੇ ਆਉਂਦਾ ਫਿੰਬਰੀ, ਆਪਾਂ ਹੁਣੇ ਪੜ੍ਹਿਆ। ਜਦੋਂ ਓਵੀਡਕਟਸ ਦੇ ਵਿੱਚ ਐਗ ਆ ਜਾਂਦਾ ਬੱਚੋ, ਉੱਥੇ ਫਰਟੀਲਾਈਜੇਸ਼ਨ ਹੁੰਦੀ ਹੈ। ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਫਿਰ ਉਹ ਯੂਟਰਸ 'ਚ ਆ ਜਾਂਦਾ, ਫਿਰ ਉੱਥੇ ਬੇਬੀ ਡਿਵੈਲਪ ਕਰਦਾ। ਸਮਟਾਈਮਸ ਕਈ ਫੀਮੇਲਸ ਦੇ ਕੇਸ ਦੇ ਵਿੱਚ ਜਿਹੜਾ ਐਂਬਰੀਓ ਹੈ ਯੂਟਰਸ ਦੀ ਬਜਾਏ ਫਿਲੋਪੀਅਨ ਟਿਊਬ, ਜਿਹਨੂੰ ਅਸੀਂ ਓਵੀਡਕਟ ਕਹਿ ਰਹੇ ਹਾਂ, ਉੱਥੇ ਹੀ ਡਿਵੈਲਪ ਕਰਨਾ ਸ਼ੁਰੂ ਕਰ ਦਿੰਦਾ। ਉਹ ਦੈਟ ਇਜ਼ ਨਾਟ ਰਾਈਟ, ਉਹ ਇੱਕ ਡਿਸਆਰਡਰ ਹੈ, ਪ੍ਰੋਬਲਮ ਹੈ। ਉਹ ਫਿਰ ਬਹੁਤ ਜਲਦੀ ਉਸ ਪ੍ਰੈਗਨੈਂਸੀ ਨੂੰ ਖ਼ਤਮ ਕਰਨਾ ਪੈਂਦਾ, ਉਹਨੂੰ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ। ਮੀਨ ਜਦੋਂ ਐਂਬਰੀਓ ਅੱਗੇ ਮੂਵ ਹੀ ਨਾ ਕਰੇ ਯੂਟਰਸ 'ਚ, ਫਿਲੋਪੀਅਨ ਟਿਊਬ 'ਚ ਹੀ ਰਹਿ ਜੇ, ਦੈਟ ਇਜ਼ ਐਕਟੋਪਿਕ ਪ੍ਰੈਗਨੈਂਸੀ, ਰਾਈਟ। ਸੋ ਨੈਕਸਟ ਡਿਸਆਰਡਰ ਸਟੂਡੈਂਟਸ ਵਿਚ ਵੀ ਆਰ ਗੋਇੰਗ ਟੂ ਡਿਸਕਸ ਇਜ਼ ਮੈਂਸਚੂਰਲ ਡਿਸਆਰਡਰਸ। ਮੈਂਸਚੂਰਲ ਸਾਈਕਲ ਦੇ ਨਾਲ ਰਿਲੇਟਡ ਡਿਸਆਰਡਰਸ, ਜਿਹੜਾ ਫੀਮੇਲਸ ਨੂੰ ਹਰ ਮੰਥ ਸਾਈਕਲ ਆਉਂਦਾ। ਸੋ ਮੈਂਸਚੂਰਲ ਡਿਸਆਰਡਰਸ ਦੇ ਵਿੱਚ ਸਾਡੇ ਕੋਲ ਸਟੂਡੈਂਟਸ ਕੀ ਹੈ, ਕਈ ਵਾਰੀ ਕਈ ਫੀਮੇਲਸ ਦੇ ਕੇਸ ਦੇ ਵਿੱਚ ਮੈਂਸਚੂਰੇਸ਼ਨ ਐਬਸੈਂਟ ਹੁੰਦੀ ਹੈ, ਦੈਟ ਇਜ਼ ਐਮਨੋਰੀਆ। ਦੈਨ ਕਈਆਂ ਦੇ ਵਿੱਚ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਹੈ, ਬਹੁਤ ਜ਼ਿਆਦਾ ਮੈਂਸਚੂਰੇਸ਼ਨ ਹੁੰਦੀ ਹੈ, ਦੈਟ ਇਜ਼ ਮਿਨੋਰਗੀਆ। ਦੈਨ ਵੀ ਹੈਵ ਜਿਨ੍ਹਾਂ 'ਚ ਬਹੁਤ ਜ਼ਿਆਦਾ ਮੈਂਸਚੂਰੇਸ਼ਨ ਸਾਈਕਲ ਟਾਈਮ ਪੇਨ ਹੁੰਦੀ ਹੈ, ਦੈਟ ਇਜ਼ ਡਿਸਮੈਨੋਰੀਆ, right. Amenorrhea means absence of menstruation. Then we have menorrhagia, excessive menstruation. Then we have dysmenorrhea, painful menstruation, right. Last disorder is infertility. ਅਸੀਂ ਮੇਲ ਦੇ ਵਿੱਚ ਵੀ ਕੀਤੀ ਸੀ, ਫੀਮੇਲ ਦੇ ਵਿੱਚ ਵੀ ਕਰ